ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਕਿ ਐਸਾ ਸਮਾਂ ਜਿਹੜਾ ਸਤ ਸੰਗਤ ਦੀਆਂ ਘੜੀਆਂ ਦਾ ਇਹ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਆਪ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ। ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਹਾਜ਼ਰੀ ਲਵਾਉਂਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਕਿਰਪਾ ਹੋਈ। ਆਪ ਸਮੂਹ ਸੰਗਤਾਂ ਨੇ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ। 8ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਆਪ ਜੀ ਨੇ ਸਰਵਣ ਕੀਤੀ ਆ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੀਸਰੀ ਪੌੜੀ ਦੇ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਬਾਰੇ ਕੀ ਵਿਚਾਰ, ਕੀ ਗੱਲਬਾਤ ਕਰ ਰਹੇ ਨੇ, ਆਓ ਸਰਵਣ ਕਰੀਏ ਜੀ। ਬ੍ਰਹਮ ਗਿਆਨੀ ਸਗਲ ਕੀ ਰੀਨਾ। ਸਤਿਗੁਰ ਬ੍ਰਹਮ ਗਿਆਨੀ ਦੀ ਅਵਸਥਾ ਬਾਰੇ ਦੱਸਦੇ ਹੋਏ ਸਮਝਾਉਣਾ ਕਰਦੇ ਹਨ ਕਿ ਬ੍ਰਹਮ ਗਿਆਨੀ ਸਗਲ ਕੀ ਰੀਨਾ। ਰੀਨਾ ਦਾ ਅਰਥ ਹੈ ਚਰਨ ਧੂੜ। ਸੋ ਬ੍ਰਹਮ ਗਿਆਨੀ ਸਾਰਿਆਂ ਦੀ ਚਰਨ ਧੂੜ ਹੁੰਦਾ ਹੈ, ਭਾਵ ਕਿ ਨਿਮਰਤਾ ਸਹਿਤ ਰਹਿੰਦਾ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਤੇ ਬ੍ਰਹਮ ਗਿਆਨੀ ਉਸ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਨਾਮ ਆਤਮ ਰਸ ਨੂੰ ਚੀਣ ਲੈਂਦਾ ਹੈ, ਭਾਵ ਕਿ ਜਾਣ ਲੈਂਦਾ ਹੈ। ਬ੍ਰਹਮ ਗਿਆਨੀ ਕੀ ਸਭ ਉਪਰ ਮਇਆ। ਮਇਆ ਦਾ ਅਰਥ ਹੈ ਖੁਸ਼ੀਆਂ, ਖੇੜੇ ਵੀ ਕਿਰਪਾ। ਤੇ ਬ੍ਰਹਮ ਗਿਆਨੀ ਦੀ ਸਾਰਿਆਂ ਦੇ ਉੱਤੇ ਹੀ ਮਇਆ ਹੈ, ਭਾਵ ਕਿ ਕਿਰਪਾ, ਖੁਸ਼ੀਆਂ ਖੇੜੇ ਵਾਲੀ ਭਾਵ ਕਿਰਪਾ ਹੈ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਤੇ ਬ੍ਰਹਮ ਗਿਆਨੀ ਦੇ ਕਦੇ ਵੀ ਕਿਸੇ ਦਾ ਮਨ ਦੇ ਵਿੱਚ ਬੁਰਾ ਨਹੀਂ, ਭਾਵ ਵੀ ਬੁਰਾ ਸੋਚਣਾ ਨਹੀਂ ਪਿਆ। ਬ੍ਰਹਮ ਗਿਆਨੀ ਸਦਾ ਸਮਦਰਸ਼ੀ। ਤੇ ਬ੍ਰਹਮ ਗਿਆਨੀ ਦੀ ਸਦਾ ਹੀ ਸਮਦਰਸ਼ੀ, ਭਾਵ ਕਿ ਇੱਕ ਸਮਾਨ, ਸਭ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ, ਨਦਰ ਵਿੱਚੋਂ ਅੰਮ੍ਰਿਤ ਰੂਪ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਭਾਵ ਕਿ ਬ੍ਰਹਮ ਗਿਆਨੀ ਕੀ ਜਿਹੜੀ ਇੱਕ ਨਜ਼ਰ ਦੇ ਨਾਲ ਸਭ ਨੂੰ ਦੇਖਣਾ ਕਰਦਾ ਹੈ। ਤੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਤੇ ਉਸ ਦੀ ਨਜ਼ਰ ਦੇ ਨਾਲ ਹੀ ਸਾਰਿਆਂ ਦੇ ਨਾਲ ਅੰਮ੍ਰਿਤ ਰੂਪ, ਭਾਵ ਕਿ ਬਰਸੀ ਵੀ ਵਰਖਾ ਹੁੰਦੀ ਹੈ। ਤੇ ਇਸੇ ਤਰ੍ਹਾਂ ਸਤਿਗੁਰੂ ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਮਾਧੀ ਖੋਲਦੇ ਤਾਂ ਸਾਰਿਆਂ ਤੇ ਨਿਗਾਹ ਜਦ ਪੈਂਦੀ ਸੀ, ਤੇ ਜਿੰਨੇ ਵੀ ਰੋਗੀ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਏ ਹੁੰਦੇ ਸਨ, ਬਚਨ ਬਿਲਾਸ ਕਰਨ ਆਏ ਹੁੰਦੇ ਸਨ, ਸਾਰੇ ਰਾਜੀ ਹੋ ਕੇ ਚਲੇ ਜਾਂਦੇ ਸੀ, ਭਾਵ ਵੀ ਮ੍ਰਿਤਯੂ ਤੋਂ ਰਹਿਤ ਕਰਨ ਵਾਲੀ ਦ੍ਰਿਸ਼ਟਾ ਵਰਤੋਂਦੇ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ। ਸੋ ਇੱਥੇ ਵੀ ਸਤਿਗੁਰ ਫਰਮਾਉਂਦੇ ਹਨ ਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਨਦਰ ਵਿੱਚੋਂ ਅੰਮ੍ਰਿਤ ਰੂਪ ਨਾਮ ਦੀ ਵਰਖਾ ਬ੍ਰਹਮ ਗਿਆਨੀ ਦੀ ਜੋ ਕਿ ਵਰਸਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਸਦਾ ਹੀ ਵਿਕਾਰਾਂ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਮੁਕਤਾ, ਭਾਵ ਕਿ ਛੁੱਟਿਆ ਹੁੰਦਾ ਹੈ। ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ। ਨਿਰਮਲ ਦਾ ਅਰਥ ਹੈ ਕਿ ਉਜਲ ਜੁਗਤਾ। ਬ੍ਰਹਮ ਗਿਆਨੀ ਦੀ ਨਿਰਮਲ ਜੁਗਤਾ ਵੀ ਉਜਲ ਜੁਗਤਾ ਹੈ, ਭਾਵ ਵਿਕਾਰਾਂ ਤੋਂ ਰਹਿਤ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਤੇ ਬ੍ਰਹਮ ਗਿਆਨੀ ਦਾ ਭੋਜਨ ਵੀ ਉਸ ਦਾ ਪ੍ਰਭੂ ਪਰਮੇਸ਼ਰ ਕਾਲ ਪੁਰਖ ਦਾ ਨਾਮ
ਗਿਆਨ ਹੀ, ਜੋ ਕਿ ਸਤਿਗੁਰਾਂ ਦਾ ਪਰਮੇਸ਼ਰ ਦਾ ਗਿਆਨ ਹੀ ਭੋਜਨ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਬ੍ਰਹਮ ਗਿਆਨੀ ਦਾ ਬ੍ਰਹਮ ਵਿਆਪਕ ਸਰੂਪ ਵਿੱਚ ਹੀ ਧਿਆਨ ਲੱਗਾ ਰਹਿੰਦਾ ਹੈ। ਭਾਵ ਇਹ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ, ਜਿਵੇਂ ਸਤਿਗੁਰੂ ਫਰਮਾਉਂਦੇ ਹਨ, ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਤਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹੇ, ਜੋ ਹਰ ਹਿਰਦੇ ਸਦਾ ਵਸਾਈ। ਸੋ ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਤਰਹਿ, ਜਿਹੜਾ ਬ੍ਰਹਮ ਪਰਮੇਸ਼ਰ ਕਾਲ ਪੁਰਖ ਨੂੰ, ਨਾਨਕ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ, ਉਸ ਬ੍ਰਹਮ ਬਿੰਦੇ, ਉਸ ਪਰਮੇਸ਼ਰ ਕਾਲ ਪੁਰਖ ਬ੍ਰਹਮ ਨੂੰ, ਸਤਿਗੁਰਾਂ ਦੇ ਬ੍ਰਹਮ ਨੂੰ ਧਿਆਨ ਦੇ ਵਿੱਚ ਇਹ ਸੁਰਤੀ ਬ੍ਰਹਮ ਗਿਆਨੀ ਦੀ ਜੁੜੀ ਰਹਿੰਦੀ ਹੈ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਆ। ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਆ ਉਹ ਪਰਮੇਸ਼ਰ ਕਾਲ ਪੁਰਖ ਦਾ ਨਾਮ ਗਿਆਨ ਹੀ ਭੋਜਨ ਹੈ। ਨਾਨਕ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ। ਸੋ ਬ੍ਰਹਮ ਗਿਆਨੀ ਦਾ ਜਿਹੜਾ ਧਿਆਨ ਆ ਉਹ ਪਰਮੇਸ਼ਰ ਅਕਾਲ ਪੁਰਖ ਦੇ ਗਿਆਨ ਦੇ ਵਿੱਚ, ਉਸਦੇ ਨਾਮ ਦੇ ਵਿੱਚ ਸੁਰਤੀ ਜੁੜੀ ਰਹਿੰਦੀ ਹੈ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਆ। 8ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ। ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ, ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ। ਇਸੇ ਤਰ੍ਹਾਂ ਹੀ ਕੱਲ ਨੂੰ ਚੌਥੀ ਪੌੜੀ ਦੀ ਕਥਾ ਵਿਚਾਰ ਹੋਵੇਗੀ। ਸਮੂਹ ਸੰਗਤਾਂ ਨੇ ਹੀ ਇਸੇ ਤਰ੍ਹਾਂ ਹੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।